ਸਤਿ ਸ਼੍ਰੀ ਅਕਾਲ ਜੀ। ਫਲਸਫੇ ਜ਼ਿੰਦਗੀ ਦੇ ਚੈਨਲ 'ਤੇ ਤੁਹਾਡਾ ਸਵਾਗਤ ਹੈ। ਅੱਜ ਇੱਕ ਭੈਣ ਦੀ ਦੁੱਖ ਭਰੀ ਕਹਾਣੀ ਲੈ ਕੇ ਹਾਜ਼ਰ ਹਾਂ ਜੀ। ਜ਼ਰੂਰ ਸੁਣਿਓ। ਮੇਰੇ ਹੱਥ ਮੰਜੇ ਦੇ ਪਾਵੇ ਥੱਲੇ ਰੱਖ ਕੇ ਸੌਂ ਜਾਂਦਾ। ਮੈਂ ਸਾਰੀ ਰਾਤ ਤੜਫਦੀ ਰਹਿੰਦੀ, ਪਰ ਮੇਰੀ ਹਿੰਮਤ ਨਾ ਹੁੰਦੀ ਕਿ ਮੈਂ ਆਪਣੇ ਹੱਥ ਹੇਠੋਂ ਕੱਢ ਲਵਾਂ। ਮੇਰੇ ਹੱਥ ਨੀਲੇ ਹੋ ਜਾਂਦੇ ਤੇ ਉਵੇਂ ਹੀ ਮੈਂ ਸਾਰਾ ਕੰਮ ਕਰਦੀ। ਉਹ ਇਨਸਾਨ ਨਹੀਂ, ਹੈਵਾਨ ਸੀ। ਮੇਰਾ ਨਾਮ ਬੇਅੰਤ ਕੌਰ ਹੈ। ਅਸੀਂ 5 ਭੈਣ ਭਰਾ ਸੀ, 4 ਭੈਣਾਂ ਤੇ 1 ਭਰਾ। ਮੈਂ ਆਪਣੇ ਭਰਾ ਤੋਂ ਵੱਡੀ ਸੀ। ਸਾਡਾ ਦੋਨਾਂ ਭੈਣ ਭਰਾਵਾਂ ਦਾ ਬਹੁਤ ਪਿਆਰ ਸੀ। ਮੈਂ ਉਦੋਂ 5 ਕੁ ਸਾਲ ਦੀ ਸੀ ਜਦੋਂ ਮੇਰੀ ਮਾਂ ਦੀ ਮੌਤ ਹੋ ਗਈ। ਵੱਡੀਆਂ ਭੈਣਾਂ ਨੇ ਹੀ ਸਾਨੂੰ ਪਾਲਿਆ ਸਾਂਭਿਆ ਸੀ। ਮੈਂ 15 ਕੁ ਸਾਲ ਦੀ ਸੀ ਜਦੋਂ ਮੇਰੀ ਵੱਡੀ ਭੈਣ ਨੇ ਮੇਰਾ ਰਿਸ਼ਤਾ ਆਪਣੇ ਪਿੰਡ ਵਿੱਚ ਕਰਾ ਕੇ ਮੇਰਾ ਵਿਆਹ ਕਰ ਦਿੱਤਾ। ਉਸਨੇ ਜ਼ਮੀਨ ਦੇਖ ਲਈ। ਮੁੰਡੇ ਨੂੰ 20 ਕਿੱਲੇ ਜ਼ਮੀਨ ਆਉਂਦੀ ਹੈ, ਪਰ ਉਸਨੇ ਮੁੰਡੇ ਵੱਲ ਦੇਖਿਆ ਹੀ ਨਹੀਂ। ਉਹ ਸ਼ਰਾਬੜ ਕਵਾਬੜ ਸੀ। ਉਹ ਭੁੱਕੀ ਡੋਡੇ ਸਭ ਕੁਝ ਖਾਂਦਾ ਪੀਂਦਾ ਸੀ। ਉਸ ਦੀਆਂ 5 ਭੈਣਾਂ ਸੀ ਤੇ ਇਕੱਲਾ ਭਰਾ ਸੀ। ਉਸ ਦਾ ਨਾਮ ਬਲਕਾਰ ਸਿੰਘ ਸੀ। ਮੈਂ ਪਿੱਛੇ ਵੀ ਕੋਈ ਖਾਸ ਸੁੱਖ ਨਹੀਂ ਦੇਖਿਆ ਸੀ, ਕਿਉਂਕਿ ਮੇਰਾ ਪਿਓ ਵੀ ਸ਼ਰਾਬੜ ਹੀ ਸੀ। ਮੇਰੀ ਭੈਣ ਨੇ ਮੇਰਾ ਵਿਆਹ ਕਰਕੇ ਬਸ ਆਪਣੀ ਜ਼ਿੰਮੇਵਾਰੀ ਤੋਂ ਆਪਣੇ ਆਪ ਨੂੰ ਫਾਰਗ ਕਰ ਲਿਆ ਸੀ। ਬਲਕਾਰ ਇੰਨੀ ਸ਼ਰਾਬ ਪੀਂਦਾ ਸੀ ਕਿ ਉਹ ਜਿੱਥੇ ਸ਼ਰਾਬ ਪੀਂਦਾ ਉੱਥੇ ਹੀ ਸੌਂ ਜਾਂਦਾ। ਉਸ ਦਾ ਲੈਟਰੀਨ ਪਿਸ਼ਾਬ ਵਿੱਚ ਹੀ ਨਿਕਲ ਜਾਂਦਾ। ਉਹ ਸ਼ਰਾਬ ਪੀ ਕੇ ਕਦੇ ਨਾਲੀ ਵਿੱਚ ਡਿੱਗ ਜਾਂਦਾ ਤੇ ਕਦੀ ਗਲੀ ਵਿੱਚ ਡਿੱਗ ਜਾਂਦਾ। ਲੋਕ ਸਾਡੇ ਘਰੇ ਸੁਨੇਹਾ ਦੇ ਕੇ ਜਾਂਦੇ। ਮੈਂ ਬਸ ਇੱਕ ਨਰਕ ਵਿੱਚੋਂ ਨਿਕਲ ਕੇ ਉਸ ਤੋਂ ਵੱਡੇ ਨਰਕ ਵਿੱਚ ਪੈ ਗਈ ਸੀ। ਘਰੇ ਆ ਕੇ ਉਹ ਕੁੱਟਮਾਰ ਕਰਦਾ। ਉਹ ਰੋਜ਼ ਮੈਨੂੰ ਕੁੱਟਦਾ। ਮੈਂ ਬਹੁਤ ਦੁਖੀ ਸੀ। ਬਲਕਾਰ ਤਾਂ ਬੁਰਾ ਹੈ ਹੀ ਸੀ। ਉਸ ਦੀਆਂ ਭੈਣਾਂ ਉਸ ਤੋਂ ਵੀ ਮਾੜੀਆਂ ਸੀ। ਉਹ ਮੈਨੂੰ ਚੁੱਲ੍ਹੇ ਚੌਂਕੇ ਵਿੱਚ ਕੰਮ ਨਾ ਕਰਨ ਦਿੰਦੀਆਂ। ਉਹ ਮੇਰੇ ਤੋਂ ਪਸ਼ੂਆਂ ਦਾ ਕੰਮ ਕਰਾਉਂਦੀਆਂ। ਮੈਂ ਸਾਰਾ ਦਿਨ ਗੋਹਾ ਕੂੜਾ ਸੁੱਟਦੀ, ਪੱਠੇ ਪਾਉਂਦੀ, ਮੱਝਾਂ ਦੀਆਂ ਧਾਰਾਂ ਕੱਢਦੀ। ਫਿਰ ਮੈਂ ਜਦੋਂ ਪਸ਼ੂਆਂ ਦਾ ਕੰਮ ਨਿਬੇੜ ਕੇ ਆਉਂਦੀ ਤਾਂ ਉਹ ਮੇਰੇ ਵਾਸਤੇ ਭਾਂਡੇ ਇਕੱਠੇ ਕਰਕੇ ਰੱਖ ਛੱਡਦੀਆਂ। ਮੈਂ ਸਾਰੇ ਭਾਂਡੇ ਮਾਂਜ ਕੇ ਸਾਰੇ ਕੱਪੜੇ ਧੋਂਦੀ। ਉਸ ਵਕਤ ਕੱਪੜੇ ਹੱਥੀਂ ਧੋਂਦੇ ਹੁੰਦੇ ਸੀ, ਕੋਈ ਮਸ਼ੀਨ ਨਹੀਂ ਸੀ। ਫਿਰ ਸਾਰਾ ਕੰਮ ਨਿਬੇੜ ਕੇ ਮੈਨੂੰ ਰੋਟੀ ਮਿਲਦੀ। ਜਦੋਂ ਮੈਂ ਰੋਟੀ ਖਾਣ ਬੈਠਦੀ ਤਾਂ ਉਹ ਮੈਨੂੰ ਸਿਰਫ 2 ਹੀ ਰੋਟੀਆਂ ਦਿੰਦੀਆਂ। ਜੇ ਮੈਂ ਤੀਜੀ ਰੋਟੀ ਮੰਗ ਲੈਂਦੀ ਤਾਂ ਉਹ ਜਾਂ ਤਾਂ ਮੈਨੂੰ ਮਨਾ ਕਰ ਦਿੰਦੀਆਂ। ਜੇ ਮੈਂ ਕਹਿੰਦੀ ਕਿ ਮੈਨੂੰ ਭੁੱਖ ਬਹੁਤ ਲੱਗੀ ਹੈ ਤਾਂ ਰੋਟੀ ਮੈਨੂੰ ਹੋਰ ਦੇ ਦਿਓ। ਫਿਰ ਉਹ ਗੁੱਸੇ ਨਾਲ ਰੋਟੀ ਚਲਾ ਕੇ ਮਾਰਦੀਆਂ। ਰੋਟੀ ਚੁੱਲ੍ਹੇ ਅੱਗੇ ਪਈ ਸਵਾਹ ਉੱਤੇ ਡਿੱਗ ਜਾਂਦੀ। ਮੈਂ ਰੋਟੀ ਸਵਾਹ ਤੋਂ ਚੁੱਕ ਕੇ ਝਾੜ ਕੇ ਹੀ ਖਾ ਲੈਂਦੀ, ਪਰ ਉਹਨਾਂ ਨੂੰ ਮੇਰੇ 'ਤੇ ਭੋਰਾ ਤਰਸ ਨਾ ਆਉਂਦਾ। ਉਹ ਮੈਨੂੰ ਸਿਰਫ ਕੰਮ ਲਈ ਹੀ ਬੁਲਾਉਂਦੀਆਂ। ਮੈਨੂੰ ਅੱਜ ਤੱਕ ਇਸ ਗੱਲ ਦਾ ਪਤਾ ਨਹੀਂ ਲੱਗਾ ਸੀ ਕਿ ਉਹ ਮੈਨੂੰ ਇੰਨੀ ਨਫ਼ਰਤ ਕਿਉਂ ਕਰਦੀਆਂ ਸੀ। ਮੇਰੀ ਸ਼ਕਲ ਵੀ ਸੋਹਣੀ ਸੀ ਤੇ ਮੈਨੂੰ ਘਰ ਦੇ ਸਾਰੇ ਕੰਮ ਵੀ ਕਰਨੇ ਆਉਂਦੇ ਸੀ ਤੇ ਮੈਂ ਕਦੇ ਕਿਸੇ ਨੂੰ ਗਲਤ ਬੋਲਿਆ ਨਹੀਂ ਸੀ। ਇੱਥੋਂ ਤੱਕ ਕਿ ਅੱਜ ਤੱਕ ਮੈਂ ਉੱਚੀ ਆਵਾਜ਼ ਵਿੱਚ ਕਿਸੇ ਨਾਲ ਗੱਲ ਨਹੀਂ ਕੀਤੀ ਸੀ, ਪਰ ਫਿਰ ਵੀ ਮੇਰੇ ਨਾਲ ਇੰਨੀ ਨਫ਼ਰਤ ਕਰਦੀਆਂ ਸੀ, ਜਦ ਕਿ ਨਫ਼ਰਤ ਦੇ ਲਾਇਕ ਤਾਂ ਉਹਨਾਂ ਦਾ ਭਰਾ ਹੀ ਸੀ, ਜੋ ਸਾਰਿਆਂ ਨੂੰ ਗਲਤ ਬੋਲਦਾ ਤੇ ਕੁੱਟਮਾਰ ਕਰਦਾ ਸੀ। ਘਰ ਵਿੱਚ ਮੇਰੀ ਕੋਈ ਕਦਰ ਨਹੀਂ ਸੀ। ਸਿਰਫ ਇੱਕ ਮੇਰਾ ਸਹੁਰਾ ਹੀ ਸੀ ਜੋ ਮੈਨੂੰ ਪਿਆਰ ਤੇ ਸਤਿਕਾਰ ਨਾਲ ਬੁਲਾਉਂਦਾ ਸੀ। ਇੱਦਾਂ ਹੀ ਮੇਰੇ ਵਿਆਹ ਨੂੰ 5 ਸਾਲ ਬੀਤ ਗਏ, ਪਰ ਮੇਰੇ ਘਰ ਬੱਚਾ ਨਾ ਹੋਇਆ। ਬੱਚਾ ਨਾ ਹੋਣ ਕਰਕੇ ਵੀ ਮੈਨੂੰ ਤੰਗ ਪਰੇਸ਼ਾਨ ਕੀਤਾ ਜਾਂਦਾ। ਮੈਨੂੰ ਗੱਲ-ਗੱਲ 'ਤੇ ਮੇਰੀਆਂ ਨਨਾਣਾਂ ਤਾਨੇ ਮਿਹਣੇ ਦਿੰਦੀਆਂ। ਮੇਰੀ ਸੱਸ ਨਾ ਤਾਂ ਮੈਨੂੰ ਕੁਝ ਕਹਿੰਦੀ ਸੀ ਤੇ ਨਾ ਹੀ ਮੇਰੀਆਂ ਨਨਾਣਾਂ ਨੂੰ ਮੈਨੂੰ ਕੁਝ ਕਹਿਣ ਤੋਂ ਰੋਕਦੀ ਸੀ। ਮੈਨੂੰ ਗੱਲ-ਗੱਲ ਨਾਲ ਬਾਜ਼ ਕਹਿਣਾ, ਪਰ ਮੈਂ ਅੱਗੋਂ ਬਿਲਕੁਲ ਵੀ ਨਾ ਬੋਲਣਾ, ਕਿਉਂਕਿ ਛੋਟੀ ਜਿਹੀ ਦਾ ਮੇਰਾ ਵਿਆਹ ਹੋ ਗਿਆ ਸੀ ਤੇ ਉਹਨਾਂ ਸਾਰਿਆਂ ਦਾ ਮੇਰੇ 'ਤੇ ਪੂਰਾ ਪ੍ਰੈਸ਼ਰ ਬਣ ਗਿਆ ਸੀ। ਬਲਕਾਰ ਮੇਰੇ 'ਤੇ ਬਹੁਤ ਤਸ਼ੱਦਦ ਕਰਦਾ ਸੀ। ਉਸਨੇ ਸ਼ਰਾਬ ਪੀ ਕੇ ਰੱਜ ਕੇ ਰਾਤ ਨੂੰ 12 ਵਜੇ ਘਰ ਆਉਣਾ ਤੇ ਦਾਲ ਸਬਜ਼ੀ ਚਾਹੇ ਕਿਸੇ ਨੇ ਵੀ ਬਣਾਈ ਹੋਣੀ, ਉਸ ਵਿੱਚ ਲੂਣ ਮਿਰਚ ਵੱਧ ਘੱਟ ਦਾ ਬਹਾਨਾ ਬਣਾ ਕੇ ਮੈਨੂੰ ਹੀ ਕੁੱਟਣਾ।
ਪੋਹ ਮਾਘ ਦੀਆਂ ਰਾਤਾਂ ਨੂੰ ਮੈਨੂੰ ਕਮਰੇ ਵਿੱਚੋਂ ਬਾਹਰ ਕੱਢ ਦੇਣਾ। ਮੈਂ ਸਾਰੀ ਰਾਤ ਠੰਡ ਵਿੱਚ ਬੈਠੀ ਰਹਿਣਾ ਤੇ ਰੋਂਦੀ ਰਹਿਣਾ, ਜਾਂ ਮੈਂ ਪਸ਼ੂਆਂ ਵਾਲੇ ਕਮਰੇ ਵਿੱਚ ਬੈਠ ਜਾਣਾ। ਜੇ ਮੈਨੂੰ ਕਮਰੇ ਵਿੱਚੋਂ ਬਾਹਰ ਨਾ ਕੱਢਣਾ ਤਾਂ ਉਹਨੇ ਮੇਰੇ ਹੱਥ ਮੰਜੇ ਦੇ ਪਾਵੇ ਥੱਲੇ ਰੱਖ ਕੇ ਉੱਪਰ ਆਪ ਸੌਂ ਜਾਣਾ। ਮੈਂ ਬਹੁਤ ਚੀਕਣਾ, ਰੋਣਾ, ਪਰ ਉਸ ਪੱਥਰ ਦਿਲ ਇਨਸਾਨ ਨੇ ਮੇਰੇ 'ਤੇ ਭੋਰਾ ਤਰਸ ਨਾ ਕਰਨਾ ਤੇ ਨਾ ਹੀ ਕਿਸੇ ਹੋਰ ਨੇ ਮੈਨੂੰ ਆ ਕੇ ਛਡਾਉਣਾ। ਮੇਰੇ ਹੱਥ ਨੀਲੇ ਹੋ ਜਾਣੇ। ਫਿਰ ਜਦੋਂ ਉਹਨੇ ਸੌਂ ਜਾਣਾ ਤੇ ਮੈਂ ਆਪਣੇ ਹੱਥ ਹੇਠੋਂ ਕੱਢਣੇ। ਜੇ ਕਿਤੇ ਮੇਰੇ ਸਹੁਰੇ ਦੇ ਕੰਨੀ ਆਵਾਜ਼ ਪੈਣੀ ਤਾਂ ਉਹਨੇ ਮੈਨੂੰ ਛਡਾ ਦੇਣਾ। ਫਿਰ ਉਵੇਂ ਹੀ ਨੀਲੇ ਹੱਥਾਂ ਨਾਲ ਸਵੇਰੇ ਉੱਠ ਕੇ ਮੈਂ ਸਾਰਾ ਕੰਮ ਕਰਨਾ। ਕਈ ਵਾਰ ਉਹਨੇ ਮੇਰੇ ਮੰਜੇ ਦੀ ਪੈਂਦ ਨਾਲ ਮੇਰੇ ਵਾਲ ਬੰਨ੍ਹ ਕੇ ਮੈਨੂੰ ਕੁੱਟਣਾ। ਮੈਂ ਬਹੁਤ ਤਰਲੇ ਪਾਉਣੇ, ਮੈਨੂੰ ਮੇਰੀ ਗਲਤੀ ਤਾਂ ਦੱਸ ਕੀ ਹੈ। ਉਸਨੇ ਮੇਰੇ 'ਤੇ ਤਰਸ ਕਰਨ ਦੀ ਬਜਾਏ ਮੈਨੂੰ ਹੋਰ ਕੁੱਟਣਾ। ਹੌਲੀ ਮੈਂ ਪੱਥਰ ਹੋ ਚੁੱਕੀ ਸੀ। ਮੈਨੂੰ ਤਾਨੇ ਮਿਹਣੇ ਤੇ ਕੁੱਟ ਦਾ ਅਸਰ ਹੋਣੋਂ ਹਟ ਗਿਆ ਸੀ। ਬਸ ਜਿਵੇਂ ਕੰਧ ਕੁੱਟ ਲਈ ਉਵੇਂ ਮੈਨੂੰ ਕੁੱਟ ਲਿਆ, ਇੱਕ ਬਰਾਬਰ ਹੀ ਸੀ। ਫਿਰ ਜਦੋਂ ਮੇਰੇ ਵਿਆਹ ਨੂੰ 7 ਸਾਲ ਬੀਤ ਗਏ ਤਾਂ ਮੇਰੇ ਘਰ ਕੋਈ ਬੱਚਾ ਨਾ ਹੋਇਆ। ਜਦੋਂ ਬੱਚਾ ਨਾ ਹੋਇਆ ਤਾਂ ਬਲਕਾਰ ਦਾ ਦੂਜਾ ਵਿਆਹ ਕਰ ਦਿੱਤਾ। ਪਹਿਲਾਂ ਤਾਂ ਮੈਨੂੰ ਬਹੁਤ ਦੁੱਖ ਹੋਇਆ, ਪਰ ਹੌਲੀ ਮੈਂ ਆਪਣੇ ਆਪ ਨੂੰ ਸਮਝਾ ਲਿਆ। ਫਿਰ ਹੌਲੀ ਸਾਡਾ ਬਹੁਤ ਵਧੀਆ ਰਿਸ਼ਤਾ ਬਣ ਗਿਆ। ਅਸੀਂ ਭੈਣਾਂ ਤਰ੍ਹਾਂ ਰਹਿੰਦੀਆਂ ਸੀ। ਘਰ ਵਿੱਚ ਹੋਰ ਮੇਰੇ ਨਾਲ ਕੋਈ ਵੀ ਗੱਲ ਨਹੀਂ ਕਰਦਾ ਸੀ, ਪਰ ਅਸੀਂ ਦੋਨੇ ਆਪਸ ਵਿੱਚ ਦੁੱਖ ਸੁੱਖ ਕਰ ਲੈਂਦੀਆਂ ਸੀ। ਪਰ ਬਲਕਾਰ ਫਿਰ ਵੀ ਨਹੀਂ ਸੁਧਰਿਆ। ਉਸਨੇ ਉਸ ਨਾਲ ਵੀ ਉੱਦਾਂ ਹੀ ਕਰਨਾ, ਉਸਦੀ ਵੀ ਕੁੱਟਮਾਰ ਉਵੇਂ ਹੀ ਕਰਨੀ। ਉਸਦੇ ਵਿਆਹ ਨੂੰ 3 ਸਾਲ ਹੋ ਗਏ ਸੀ, ਪਰ ਉਸਦੇ ਘਰ ਵੀ ਕੋਈ ਬੱਚਾ ਨਾ ਹੋਇਆ। ਫਿਰ ਸਾਨੂੰ ਪਤਾ ਚੱਲ ਗਿਆ ਕਿ ਨੁਕਸ ਸਾਡੇ ਵਿੱਚ ਨਹੀਂ, ਬਲਕਾਰ ਵਿੱਚ ਹੈ, ਨਸ਼ਾ ਕਰਨ ਕਰਕੇ। ਹੁਣ ਬਲਕਾਰ ਮੈਨੂੰ ਤਾਂ ਬੁਲਾਉਂਦਾ ਹੀ ਨਹੀਂ ਸੀ। ਮੇਰੀ ਹਾਲਤ ਨੌਕਰਾਂ ਤੋਂ ਵੀ ਮਾੜੀ ਹੋ ਚੁੱਕੀ ਸੀ, ਪਰ ਮੈਂ ਰੋਜ਼ ਦੀ ਕੁੱਟਮਾਰ ਤੋਂ ਬਚੀ ਹੋਈ ਸੀ। ਪਰ ਦਲਜੀਤ, ਜੋ ਬਲਕਾਰ ਦੀ ਦੂਜੀ ਪਤਨੀ ਸੀ, ਉਸ ਨਾਲ ਮੇਰੇ ਵਾਲਾ ਹੀ ਵਿਵਹਾਰ ਕਰਦਾ ਸੀ। ਜਦੋਂ 3 ਸਾਲ ਬੱਚਾ ਨਾ ਹੋਇਆ ਤਾਂ ਉਹ ਬਲਕਾਰ ਤੋਂ ਬਹੁਤ ਪਰੇਸ਼ਾਨ ਹੋ ਗਈ। ਉਹ ਘਰ ਛੱਡ ਕੇ ਆਪਣੇ ਪੇਕੇ ਚਲੀ ਗਈ। ਉਸ ਦੇ ਜਾਣ ਦਾ ਮੈਨੂੰ ਬਹੁਤ ਦੁੱਖ ਹੋਇਆ। ਫਿਰ ਮੈਂ ਇਕੱਲੀ ਹੀ ਰਹਿ ਗਈ ਸੀ ਬਲਕਾਰ ਦੇ ਜ਼ੁਲਮ ਸਹਿਣ ਲਈ। ਮੇਰਾ ਕੋਈ ਕਸੂਰ ਨਾ ਹੋਣ ਦੇ ਬਾਵਜੂਦ ਵੀ ਮੈਨੂੰ ਬਹੁਤ ਦੁੱਖ ਸਹਿਣੇ ਪਏ। ਫਿਰ ਇੱਕ ਦਿਨ ਜਨਵਰੀ ਦਾ ਮਹੀਨਾ ਸੀ। ਬਲਕਾਰ ਘਰੋਂ ਗਿਆ ਤੇ ਵਾਪਸ ਨਾ ਆਇਆ। ਉਸ ਦਿਨ ਬਹੁਤ ਠੰਡ ਤੇ ਧੁੰਦ ਇੰਨੀ ਜ਼ਿਆਦਾ ਸੀ ਕਿ ਕੁਝ ਵੀ ਨੇੜੇ ਤੋਂ ਦਿਖਾਈ ਨਹੀਂ ਦਿੰਦਾ ਸੀ। ਮੈਂ ਸਾਰੀ ਰਾਤ ਬਲਕਾਰ ਦੀ ਉਡੀਕ ਕਰਦੀ ਰਹੀ। ਸਵੇਰੇ 7 ਵਜੇ ਕਿਸੇ ਨੇ ਆ ਕੇ ਦੱਸਿਆ ਕਿ ਬਲਕਾਰ ਸੜਕ ਨਾਲ ਕਣਕ ਵਿੱਚ ਡਿੱਗਾ ਪਿਆ ਹੈ। ਸਾਰੇ ਗਏ ਤੇ ਉਸ ਨੂੰ ਚੱਕ ਕੇ ਲੈ ਆਏ। ਘਰ ਆ ਕੇ ਡਾਕਟਰ ਨੂੰ ਦਿਖਾਇਆ। ਉਹ ਤਾਂ ਪਹਿਲਾਂ ਹੀ ਆਕੜਿਆ ਪਿਆ ਸੀ। ਡਾਕਟਰ ਨੇ ਕਿਹਾ ਕਿ ਸ਼ਰਾਬ ਜ਼ਿਆਦਾ ਪੀਤੀ ਹੋਣ ਕਰਕੇ ਠੰਡ ਵਿੱਚ ਇਸ ਤੋਂ ਉੱਠਿਆ ਨਹੀਂ ਗਿਆ ਤੇ ਪਿਆ ਹੀ ਆਕੜ ਗਿਆ। ਧੁੰਦ ਹੋਣ ਕਰਕੇ ਕਿਸੇ ਨੂੰ ਦਿਖਾਈ ਨਹੀਂ ਦਿੱਤਾ। ਬਲਕਾਰ ਦੀ ਮੌਤ ਹੋ ਗਈ। ਬਲਕਾਰ ਦੀ ਮੌਤ ਹੋਣ ਦਾ ਮੈਨੂੰ ਦੁੱਖ ਵੀ ਸੀ, ਪਰ ਅੰਦਰੋਂ ਅੰਦਰੀ ਸਕੂਨ ਵੀ ਸੀ। ਬਲਕਾਰ ਤੋਂ ਮੈਨੂੰ ਕਦੇ ਸੁੱਖ ਤਾਂ ਨਹੀਂ ਮਿਲਿਆ ਸੀ। ਕਮ ਸੇ ਕਮ ਅੱਜ ਤੋਂ ਬਾਅਦ ਦੁੱਖ ਵੀ ਨਾ ਮਿਲਣਗੇ। ਬਲਕਾਰ ਦੀ ਮੌਤ ਤੋਂ ਬਾਅਦ ਮੇਰੇ ਸਹੁਰੇ ਨੇ ਮੇਰੀ ਨਨਾਣ ਦਾ ਮੁੰਡਾ ਮੇਰੀ ਝੋਲੀ ਵਿੱਚ ਪਾ ਦਿੱਤਾ। ਮੈਂ ਮਾਂ ਬਣ ਗਈ। ਮੈਨੂੰ ਅੱਜ ਬੱਚੇ ਨੂੰ ਝੋਲੀ ਵਿੱਚ ਪਾ ਕੇ ਬਹੁਤ ਸਕੂਨ ਮਿਲ ਰਿਹਾ ਸੀ। ਫਿਰ ਮੇਰੇ ਸਹੁਰੇ ਨੇ 5 ਕਿੱਲੇ ਜ਼ਮੀਨ ਮੇਰੇ ਨਾਂ ਕਰ ਦਿੱਤੀ। ਫਿਰ ਇੱਦਾਂ ਹੀ ਟਾਈਮ ਬੀਤਦਾ ਗਿਆ। ਮੁੰਡਾ ਵੱਡਾ ਹੋਇਆ ਤੇ ਮੈਂ ਉਸ ਦਾ ਵਿਆਹ ਕਰ ਦਿੱਤਾ। ਨੌਂ ਘਰ ਆਈ, ਪਰ ਕਹਿੰਦੇ ਆ ਜਿਸ ਨੂੰ ਪਹਿਲਾਂ ਸੁੱਖ ਨਹੀਂ ਮਿਲਦਾ ਉਸ ਨੂੰ ਬਾਅਦ ਵਿੱਚ ਵੀ ਸੁੱਖ ਨਹੀਂ ਮਿਲਦਾ। ਮੈਂ ਇੰਨੀ ਚੁਸਤ ਚਲਾਕ ਨਹੀਂ ਸੀ। ਮੇਰੀ ਨੌਂ ਮੈਨੂੰ ਕੁਝ ਜਾਣਦੀ ਨਹੀਂ ਸੀ। ਉਹ ਆਪਣੀ ਹੀ ਮਰਜ਼ੀ ਕਰਦੀ। ਮੈਨੂੰ ਉਸਨੇ ਕਦੇ ਮਾਂ ਕਹਿ ਕੇ ਨਹੀਂ ਬੁਲਾਇਆ ਸੀ ਤੇ ਮੁੰਡੇ ਨੂੰ ਵੀ ਆਪਣੇ ਮਗਰ ਲਾ ਲਿਆ। ਉਹ ਦੋਨੋਂ ਮੈਨੂੰ ਕਦੇ ਨਾ ਬੁਲਾਉਂਦੇ। ਮੈਂ ਆਪਣੀ ਰਹਿੰਦੀ ਜ਼ਿੰਦਗੀ ਕਦੇ ਪੇਕੇ ਤੇ ਕਦੇ ਸਹੁਰੇ ਕੱਢ ਦਿੱਤੀ। ਮੈਂ ਹਮੇਸ਼ਾ ਇਹੀ ਸੋਚਦੀ ਹਾਂ ਤੇ ਰੱਬ ਨੂੰ ਤਾਨੇ ਦਿੰਦੀ ਰਹਿੰਦੀ ਹਾਂ ਕਿ ਰੱਬਾ, ਤੂੰ ਕਿਸੇ ਦੀ ਵੀ ਕਿਸਮਤ ਇੰਨੀ ਮਾੜੀ ਨਾ ਲਿਖੀ ਕਿ ਉਸ ਦੀ ਸਾਰੀ ਜ਼ਿੰਦਗੀ ਦੁੱਖਾਂ ਵਿੱਚ ਹੀ ਬਤੀਤ ਹੋ ਜਾਵੇ।
ਮੈਨੂੰ ਇਹ ਪਤਾ ਹੀ ਨਹੀਂ ਜੋ ਮੇਰੇ ਨਾਲ ਹੋਇਆ ਇਸ ਵਿੱਚ ਮੇਰਾ ਕਸੂਰ ਕੀ ਸੀ। ਮੈਂ ਤਾਂ ਕਿਸੇ ਨੂੰ ਕਦੇ ਵੀ ਬੁਰਾ ਭਲਾ ਕਿਹਾ ਹੀ ਨਹੀਂ ਸੀ। ਕਹਾਣੀ ਸੁਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਜੇ ਕਹਾਣੀ ਵਧੀਆ ਲੱਗੀ ਹੋਵੇ ਤਾਂ ਲਾਈਕ, ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ। ਚੈਨਲ ਨੂੰ ਸਬਸਕ੍ਰਾਈਬ ਕਰਨਾ ਕਦੇ ਨਾ ਭੁੱਲਿਓ। ਧੰਨਵਾਦ।